ਹੈਲੋ एवरीवन ਵੈਲਕਮ ਟੂ ਕਰੀਅਰ ਕੁਐਸਟ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਮਾਡਰਨ ਹਿਸਟਰੀ ਨੂੰ ਕੰਪਲੀਟ ਕਰਨ ਦੇ ਲਈ ਇੱਕ ਸੀਰੀਜ਼ ਨੂੰ ਸਟਾਰਟ ਕਰਤਾ ਹੋਇਆ ਹੈ ਤੇ ਉਸੇ ਸੀਰੀਜ਼ ਨੂੰ ਅੱਜ ਆਪਾਂ 13 ਲੈਕਚਰ 14 ਲੈਕਚਰ ਦੇ ਨਾਲ ਕੰਟੀਨਿਊ ਕਰਾਂਗੇ ਸੋ ਆਪਾਂ ਐਡਵੈਂਟ ਆਫ ਯੂਰਪੀਅਨ ਪਾਵਰਸ ਨੂੰ ਸਭ ਤੋਂ ਪਹਿਲਾਂ ਕਵਰ ਕੀਤਾ ਸੀ ਸਟਾਰਟ ਆਪਾਂ ਮਾਡਰਨ ਹਿਸਟਰੀ ਕਿੱਥੋਂ ਕੀਤੀ ਸੀ ਐਡਵੈਂਟ ਆਫ ਯੂਰਪੀਅਨ ਪਾਵਰਸ ਤੋਂ ਕਿ ਯੂਰਪੀਅਨ ਪਾਵਰਸ ਇੰਡੀਆ ਦੇ ਵਿੱਚ ਆਈਆਂ ਸੀ ਉਹਨਾਂ ਨੇ ਕੀ ਕੁਝ ਕੀਤਾ ਕਿਸ ਤਰੀਕੇ ਦੇ ਨਾਲ ਇੰਡੀਆ ਦੇ ਉੱਤੇ 200 ਸਾਲ ਰਾਜ ਕੀਤਾ ਉਹ ਆਪਾਂ ਪੜ੍ਹਿਆ ਆਫਟਰ ਦੈਟ ਆਪਾਂ 1857 ਦਾ ਰਿਵੋਲਟ ਦੇਖਿਆ ਸੀ ਕਿ ਉਹਦਾ ਕੀ ਰਿਸਪੌਂਸ ਕੀਤਾ ਬ੍ਰਿਟਿਸ਼ ਸਰਕਾਰ ਨੇ ਜਾਂ ਇੰਡੀਅਨਸ ਨੇ ਕਿਸ ਤਰੀਕੇ ਦੇ ਨਾਲ ਉਸ ਰਿਵੋਲਟ ਨੂੰ ਜੋ ਫੇਲ ਹੋਏ ਸੀ ਜੇ ਸਕਸੈਸ ਤੋਂ ਪਿੱਛੇ ਰਹਿ ਗਏ ਸੀ ਇੰਡੀਅਨਸ 1857 ਦੇ ਰਿਵੋਲਟ ਤੋਂ ਬਾਅਦ ਐਸ ਵੈਲ ਐਸ ਇੰਡੀਆ ਜੋ ਬ੍ਰਿਟਿਸ਼ ਸਰਕਾਰ ਹੈ ਉਹਨਾਂ ਦਾ ਇੰਡੀਆ ਦੀ ਐਗਰੀਕਲਚਰ ਦੇ ਉੱਤੇ ਇੰਡੀਆ ਦੀ ਇੰਡਸਟਰੀਜ਼ ਦੇ ਉੱਤੇ ਜਾਂ ਇੰਡੀਆ ਦੇ ਵਿੱਚ ਡਿਵੈਲਪਮੈਂਟ ਦੇ ਉੱਤੇ ਕੀ ਅਸਰ ਕੀਤਾ ਉਹ ਵੀ ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਪ੍ਰੀਵੀਅਸ ਲੈਕਚਰਸ ਦੇ ਵਿੱਚ ਸੋ ਫਿਰ ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਬਾਰੇ ਗੱਲ ਕਰਦੇ ਆ ਰਹੇ ਹਾਂ 1885 ਦੇ ਵਿੱਚ ਆਪਾਂ ਦੇਖਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਗਈ ਸੀ ਸੋ ਫਿਰ ਆਪਾਂ ਦੇਖਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦਾ ਜੋ ਫੇਸਿਸ ਰਹੇ ਨੇ ਡਿਫਰੈਂਟ ਫੇਸਿਸ ਰਹੇ 1885 ਤੋਂ ਲੈ ਕੇ 1905 ਤੱਕ ਦਾ ਆਪਾਂ ਦੇਖਿਆ ਕਿ ਜੋ ਇੰਡੀਅਨ ਨੈਸ਼ਨਲ ਕਾਂਗਰਸ ਹੈ ਉਹਦੇ ਵਿੱਚ ਮੋਡਰੇਟ ਲੀਡਰਸ ਦੇਖਣ ਨੂੰ ਮਿਲੇ ਸੀ ਮੋਡਰੇਟ ਲੀਡਰਸ ਕੀ ਸੀ ਉਹ ਆਪਣੀ ਸੋਚ ਤੋਂ ਮੋਡਰੇਟ ਸਨ ਕਿ ਉਹਨਾਂ ਦੀਆਂ ਡਿਮਾਂਡਸ ਕੁਝ ਐਸੀਆਂ ਸੀ ਕਿ ਅਸੀਂ ਬ੍ਰਿਟਿਸ਼ ਸਰਕਾਰ ਤੋਂ ਪੂਰੇ ਤਰੀਕੇ ਦੇ ਨਾਲ ਅਲੱਗ ਨਹੀਂ ਹੋਣਾ ਚਾਹੁੰਦੇ ਪੂਰੇ ਤਰੀਕੇ ਦੇ ਨਾਲ ਅਸੀਂ ਸੈਪਰੇਟ ਨਹੀਂ ਹੋਣਾ ਚਾਹੁੰਦੇ ਬ੍ਰਿਟਿਸ਼ਰਸ ਤੋਂ ਬਟ ਸਾਨੂੰ ਕੀ ਇੱਕ ਜਸਟ ਸੈਲਫ ਦੀ ਗਵਰਨਮੈਂਟ ਚਾਹੀਦੀ ਹੈ ਤੇ ਉਹਨਾਂ ਨੇ ਆਪਣੇ ਡਿਮਾਂਡਸ ਨੂੰ ਪੂਰਾ ਕਰਵਾਉਣ ਦੇ ਲਈ ਕਿਵੇਂ ਦੇ ਮੈਥਡਸ ਅਪਣਾਏ ਉਹ ਵੀ ਆਪਾਂ ਆਲਰੇਡੀ ਸਟੱਡੀ ਕਰ ਚੁੱਕੇ ਹਾਂ ਆਫਟਰ ਦੈਟ ਆਪਾਂ 1905 ਤੋਂ ਬਾਅਦ ਦਾ ਜੋ ਟਾਈਮ ਪੀਰੀਅਡ ਦੇਖਿਆ ਉਹ ਦੇਖਿਆ ਕਿ ਕੁਝ ਐਕਸਟ੍ਰੀਮਿਸਟ ਟਾਈਮ ਪੀਰੀਅਡ ਐਕਸਟ੍ਰੀਮਿਸਟ ਫੇਸ ਜੋ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਸੀ ਉਹ ਸਟਾਰਟ ਹੋ ਚੁੱਕਿਆ ਸੀ ਸੋ ਐਕਸਟ੍ਰੀਮਿਸਟ ਦੀਆਂ ਕੀ ਡਿਮਾਂਡ ਸਨ ਸਵਰਾਜ ਉਹਨਾਂ ਨੂੰ ਚਾਹੀਦਾ ਸੀ ਤੇ ਉਸ ਸਵਰਾਜ ਨੂੰ ਪ੍ਰਾਪਤ ਕਰਨ ਦੇ ਲਈ ਉਹਨਾਂ ਨੇ ਕਿਹੜੇ ਮੈਥਡਸ ਅਪਣਾਏ ਤੇ ਕੀ ਉਹਨਾਂ ਦੇ ਨਾਲ ਬ੍ਰਿਟਿਸ਼ ਸਰਕਾਰ ਨੇ ਕੀਤਾ ਆਪਾਂ ਦੇਖਿਆ ਕਿ ਲਾਸਟ ਲੈਕਚਰ ਦੇ ਵਿੱਚ ਆਪਾਂ ਦੇਖਿਆ ਸੀ ਕਿ ਸੂਰਤ ਸਪਲਿਟ ਸੈਸ਼ਨ ਹੋਇਆ ਸੀ ਤੇ ਉਹ ਸੂਰਤ ਸਪਲਿਟ ਸੈਸ਼ਨ 1907 ਦੇ ਵਿੱਚ ਹੋਇਆ ਸੀ ਉਸ ਸੂਰਤ ਸਪਲਿਟ ਸੈਸ਼ਨ ਤੋਂ ਬਾਅਦ ਜੋ ਐਕਸਟ੍ਰੀਮਿਸਟ ਸੀ ਉਹਨਾਂ ਸਭ ਐਕਸਟ੍ਰੀਮਿਸਟ ਨੂੰ ਕੀ ਕਰ ਲਿਆ ਗਿਆ ਸੀ ਅਰੈਸਟ ਕਰ ਲਿਆ ਗਿਆ ਸੀ ਫਿਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਇਸ ਜਦੋਂ ਐਕਸਟ੍ਰੀਮਿਸਟ ਵੀ ਹੌਲੀ ਠੰਡੇ ਪੈਣੇ ਸਟਾਰਟ ਹੋ ਗਏ ਸਨ ਕਿਉਂਕਿ ਲਾਈਕ ਆਪਾਂ ਦੇਖਿਆ ਕਿ ਬਾਲ ਗੰਗਾਧਰ ਤਿਲਕ ਜੀ ਨੂੰ ਮੰਡੇਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਅਰਬਿੰਦੋ ਘੋਸ਼ ਤੇ ਬਿਪਿਨ ਚੰਦਰਾ ਪਾਲ ਜੀ ਨੇ ਐਕਟਿਵ ਪੋਲਿਟਿਕਸ ਨੂੰ ਕੀ ਕਰਤੀ ਸੀ ਬਾਏ ਕਰਤੀ ਸੀ ਹੁਣ ਇਸ ਤੋਂ ਬਾਅਦ ਕੀ ਹੋਇਆ ਆਫਟਰ ਦੈਟ ਕਿ ਆਪਣੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ ਇੱਕ ਨਵਾਂ ਫੇਸ ਅੱਗੇ ਆਇਆ ਨਵਾਂ ਫੇਸ ਸਟਾਰਟ ਹੁੰਦਾ ਹੈ ਪਹਿਲਾ ਹੁੰਦਾ ਮੋਡਰੇਟ ਫੇਸ ਦੈਨ ਕੀ ਹੁੰਦਾ ਐਕਸਟ੍ਰੀਮਿਸਟ ਫੇਸ ਤੇ ਨੈਕਸਟ ਫੇਸ ਸਟਾਰਟ ਹੁੰਦਾ ਰੈਵੋਲੂਸ਼ਨਰੀ ਫੇਸ ਆਫ ਇੰਡੀਅਨ ਨੈਸ਼ਨਲ ਕਾਂਗਰਸ ਸੋ ਪਹਿਲੇ ਨਰਮ ਦਲ ਸੀ ਫਿਰ ਗਰਮ ਦਲ ਸੀ ਫਿਰ ਉਸ ਤੋਂ ਵੀ ਜ਼ਿਆਦਾ ਗਰਮ ਦਲ ਆਇਆ ਜਿਸ ਨੂੰ ਰੈਵੋਲੂਸ਼ਨਰੀ ਫੇਸ ਕਹਿੰਦੇ ਨੇ ਰੈਵੋਲੂਸ਼ਨਰੀ ਫੇਸ ਕਿਉਂ ਆਇਆ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇੰਡੀਆ ਦੀ ਫਰੀडम ਦੇ ਲਈ ਇੰਡੀਆ ਦੀ ਆਜ਼ਾਦੀ ਦੇ ਲਈ ਕੀ ਐਕਟੀਵਿਟੀਜ਼ ਕੀਤੀ ਉਹਨਾਂ ਨੂੰ ਅੱਜ ਦੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਸੋ ਅੱਜ ਆਪਾਂ ਡਿਸਕਸ ਕਰਾਂਗੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਜੋ ਰੈਵੋਲੂਸ਼ਨਰੀ ਫੇਸ ਆਇਆ ਦੇਖੋ ਮੇਨਲੀ ਜੋ ਰੈਵੋਲੂਸ਼ਨਰੀਜ਼ ਦਾ ਜੋ ਇੰਡੀਆ ਦੇ ਵਿੱਚ ਆਗਾਜ਼ ਹੋਇਆ ਜਾਂ ਰੈਵੋਲੂਸ਼ਨਰੀਜ਼ ਨੇ ਇੰਡੀਆ ਦੇ ਵਿੱਚ ਬਰਥ ਲੈਣਾ ਸਟਾਰਟ ਕੀਤਾ ਉਹਦੇ ਪਿੱਛੇ ਰੀਜ਼ਨ ਕੀ ਸੀ ਉਹਦੇ ਪਿੱਛੇ ਕਾਰਨ ਕੀ ਸੀ ਉਹਦੇ ਪਿੱਛੇ ਮੇਨ ਕਾਰਨ ਤਾਂ ਜੇ ਦੇਖਿਆ ਜਾਵੇ ਤਾਂ ਇਨ ਸ਼ਾਰਟ ਇਹੀ ਦੇਖਿਆ ਜਾ ਸਕਦਾ ਹੈ ਕਿ ਮੇਨ ਕਾਰਨ ਉਹੀ ਸਨ ਜੋ ਜਿਨ੍ਹਾਂ ਨੇ ਐਕਸਟ੍ਰੀਮਿਸਟ ਨੂੰ ਜਨਮ ਦਿੱਤਾ ਸੀ ਜਿਨ੍ਹਾਂ ਕਾਰਨਾਂ ਕਰਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਐਕਸਟ੍ਰੀਮਿਸਟ ਫੇਸ ਆਇਆ ਸੀ ਉਹਨਾਂ ਹੀ ਕਾਰਨਾਂ ਕਰਕੇ ਕੀ ਦੇਖਣ ਨੂੰ ਮਿਲਿਆ ਕਿ ਰਾਈਜ਼ ਆਫ ਰੈਵੋਲੂਸ਼ਨਰੀਜ਼ ਹੋਇਆ ਇੰਡੀਆ ਦੇ ਵਿੱਚ ਉਹੀ ਕਾਰਨ ਕਿ ਮੋਡਰੇਟਸ ਨੂੰ ਬੁਰਾ ਬਿਹੇਵ ਕੀਤਾ ਗਿਆ ਮੋਡਰੇਟਸ ਦੇ ਨਾਲ ਤੇ ਮੋਡਰੇਟਸ ਨੂੰ ਇੱਕ ਸਾਈਡ ਕਰ ਦਿੱਤਾ ਗਿਆ ਸੂਰਤ ਸਪਲਿਟ ਸੈਸ਼ਨ ਤੋਂ ਬਾਅਦ ਫਿਰ ਹੌਲੀ ਕੀ ਹੋਇਆ ਇੰਡੀਆ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਰੈਵੋਲੂਸ਼ਨਰੀਜ਼ ਨੇ ਜਨਮ ਲੈਣਾ ਸਟਾਰਟ ਕੀਤਾ ਉਸ ਤੋਂ ਵੀ ਜ਼ਿਆਦਾ ਗਰਮ ਦਲ ਹੋਣਾ ਸਟਾਰਟ ਹੋਇਆ ਕਹਿੰਦੇ ਸਕੂਲ ਆਫ ਥਾਟ ਐਗਜ਼ਿਸਟਡ ਵਿਚ ਬਲੀਵ that the one needs to violently fight the oppressive government in order to achieve a freedom ਕਹਿੰਦੇ ਵੈਸੇ ਵੀ ਕਹਿੰਦੇ ਇੱਕ ਸਕੂਲ ਆਫ ਥਾਟ ਬਣਿਆ ਹੋਇਆ ਹੈ
ਕਿ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਉਹਦਾ ਪਹਿਲਾ ਸਟੈਪ ਚੱਕਣਾ ਬਹੁਤ ਜ਼ਰੂਰੀ ਹੁੰਦਾ ਹੈ, ਠੀਕ ਹੈ। ਇੱਕ ਜਿਹੜਾ ਪਹਿਲਾ ਸਟੈਪ ਚੱਕਿਆ ਜਾਂਦਾ ਉਹੀ ਡਿਫਿਕਲਟ ਹੁੰਦਾ, ਤੇ ਉਹ ਡਿਫਿਕਲਟ ਸਟੈਪ ਐਕਸਟ੍ਰੀਮਿਸਟ ਨੇ ਚੱਕ ਲਿਆ ਸੀ, ਠੀਕ ਹੈ। ਉਹ ਅਗਰੈਸਿਵ ਸਟੈਪ ਸੀ ਜੋ ਉਹ ਐਕਸਟ੍ਰੀਮਿਸਟ ਨੇ ਚੱਕ ਲਿਆ ਸੀ। ਹੁਣ ਇੰਡੀਆ ਦੀ ਪੋਲੀਟਿਕਸ ਦੇ ਵਿੱਚ ਇੱਕ ਨਵਾਂ ਫੇਸ ਆਇਆ, ਉਹ ਸੀ ਰੈਵੋਲੂਸ਼ਨਰੀ। ਉਹ ਕਿਹਨਾਂ ਦੇ ਕਦਮਾਂ ਤੇ ਚੱਲਦਾ ਆਇਆ ਸੀ? ਐਕਸਟ੍ਰੀਮਿਸਟ ਦੇ ਕਦਮਾਂ ਦੇ ਉੱਤੇ ਹੀ ਚੱਲਦਾ ਦੇਖਣ ਨੂੰ ਮਿਲਿਆ ਸੀ। ਕਹਿੰਦੇ ਸੇਮ ਫੈਕਟਰ ਵਿਚ ਲੈਡ ਟੂ ਦਾ ਰਾਈਜ਼ ਆਫ ਐਕਸਟ੍ਰੀਮਿਸਟ also contributed to the rise of revolutionaries। ਕਹਿੰਦੇ ਜਿਹੜੇ ਕਾਰਨਾਂ ਕਰਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਐਕਸਟ੍ਰੀਮਿਸਟ ਦਾ ਗਰਮ ਦਲ ਦਾ ਆਗਾਜ਼ ਹੋਇਆ ਸੀ, ਜਨਮ ਹੋਇਆ ਸੀ, ਉਹੀ ਕਾਰਨਾਂ ਕਰਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਰੈਵੋਲੂਸ਼ਨਰੀਜ਼ ਨੇ ਜਨਮ ਲਿਆ ਸੀ। ਫਰਦਰ ਫੇਲੀਅਰ ਆਫ ਪੋਲੀਟੀਕਲ ਐਕਸਟ੍ਰੀਮਿਸਟ ਇਜ਼ ਦਾ ਆਫਟਰਮੈਥ ਆਫ ਦਾ ਸੂਰਜ ਸਪਲਿਟ। ਕਹਿੰਦੇ ਉਹੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਸੂਰਜ ਸਪਲਿਟ ਸੈਸ਼ਨ ਤੋਂ ਬਾਅਦ ਅਸੀਂ ਦੇਖਿਆ ਕਿ ਜੋ ਐਕਸਟ੍ਰੀਮਿਸਟ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਹੁਣ ਐਕਸਟ੍ਰੀਮਿਸਟ ਦਾ ਸਫਾਇਆ ਹੋ ਗਿਆ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ, ਸੋ ਦੈਟਸ ਵਾਈ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਰੈਵੋਲੂਸ਼ਨਰੀਜ਼ ਨੇ ਜਨਮ ਲੈਣਾ ਸਟਾਰਟ ਕੀਤਾ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ। ਹੁਣ ਆਪਾਂ ਰੈਵੋਲੂਸ਼ਨਰੀਜ਼ ਦੇਖੋ, ਆਪਾਂ ਪਹਿਲਾਂ ਪੜ੍ਹਿਆ ਕਿ ਮੋਡਰੇਟਸ ਨੇ ਕੀ ਐਕਟੀਵਿਟੀਜ਼ ਜਾਂ ਕਿਹੜੇ ਮੈਥਡ ਅਪਣਾਏ ਸੀ ਆਜ਼ਾਦੀ ਲੈਣ ਦੇ ਲਈ। ਫਿਰ ਆਪਾਂ ਦੇਖਿਆ ਕਿ ਐਕਸਟ੍ਰੀਮਿਸਟ ਨੇ ਕੀ ਹੱਥਕੰਡੇ ਅਪਣਾਏ ਸੀ ਆਜ਼ਾਦੀ ਲੈਣ ਦੇ ਲਈ। ਹੁਣ ਦੇਖਾਂਗੇ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੀ ਰੈਵੋਲੂਸ਼ਨਰੀ ਫੇਸ ਸਟਾਰਟ ਹੋਇਆ ਸੀ, ਉਹਨਾਂ ਰੈਵੋਲੂਸ਼ਨਰੀਜ਼ ਨੇ ਕੀ ਐਕਟੀਵਿਟੀਜ਼ ਕੀਤੀਆਂ ਸੀ ਇੰਡੀਆ ਦੇ ਵਿੱਚ। ਅਲੱਗ-ਅਲੱਗ ਜਗ੍ਹਾ ਦੇ ਉੱਤੇ ਐਕਟੀਵਿਟੀਜ਼ ਦੇਖਣ ਨੂੰ ਮਿਲੀਆਂ, ਮਹਾਰਾਸ਼ਟਰ ਦੇ ਵਿੱਚ, ਬੰਗਾਲ ਦੇ ਵਿੱਚ, ਸਾਊਥ ਇੰਡੀਆ ਦੇ ਵਿੱਚ। ਸੋ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਆਪਾਂ ਕਿ ਜੋ ਰੈਵੋਲੂਸ਼ਨਰੀਜ਼ ਐਕਟੀਵਿਟੀਜ਼ ਹੋਈਆਂ ਸੀ ਮਹਾਰਾਸ਼ਟਰ ਦੇ ਵਿੱਚ। ਦੇਖੋ ਡਿਫਰੈਂਟ ਸੁਸਾਇਟੀਜ਼ ਜੋ ਬਣਨੀਆਂ ਸਟਾਰਟ ਹੋ ਗਈਆਂ ਸੀ ਮਹਾਰਾਸ਼ਟਰ ਦੇ ਵਿੱਚ। ਸਭ ਤੋਂ ਵੱਡੀ ਰੈਵੋਲੂਸ਼ਨਰੀਜ਼ ਦੀ ਐਕਟੀਵਿਟੀ ਦੇਖਣ ਨੂੰ ਮਿਲੀ ਅਭਿਨਵ ਭਾਰਤ ਸੀਕ੍ਰੇਟ ਸੁਸਾਇਟੀ। ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਪੁੱਛਿਆ ਜਾਂਦਾ ਹੈ ਕਿ ਅਭਿਨਵ ਭਾਰਤ ਸੁਸਾਇਟੀ ਕਿਸਨੇ ਸਟਾਰਟ ਕੀਤੀ ਜਾਂ ਕਦੋਂ ਸਟਾਰਟ ਕੀਤੀ। ਸੋ ਜੋ ਅਭਿਨਵ ਭਾਰਤ ਸੁਸਾਇਟੀ ਸੀ ਇਹ ਵੀਡੀ ਸਰਵਾਰਕਰ ਬ੍ਰਦਰਸ ਨੇ ਸਟਾਰਟ ਕੀਤੀ ਸੀ। ਇਹ ਉਹੀ ਵੀਡੀ ਸਰਵਾਰਕਰ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਰਿਵੋਲਟ ਆਫ 1857 ਦਾ ਜੋ ਵਿਦਰੋਹ ਸੀ ਉਹ ਕੀ ਸੀ? ਇੱਕ ਫਸਟ ਇੰਡੀਪੈਂਡੈਂਸ ਵਾਰ ਸੀ, ਠੀਕ ਹੈ। ਇਹ ਕਿਹਨਾਂ ਨੇ ਕਿਹਾ ਸੀ? ਵੀਡੀ ਸਰਵਾਰਕਰ ਨੇ ਕਿਹਾ ਸੀ। ਸੋ ਸਰਵਾਰਕਰ ਬ੍ਰਦਰਸ ਨੇ ਹੀ ਇੱਕ ਅਭਿਨਵ ਭਾਰਤ ਸੀਕ੍ਰੇਟ ਸੁਸਾਇਟੀ ਸਟਾਰਟ ਕੀਤੀ ਸੀ 1904 ਦੇ ਵਿੱਚ। ਐਕਚੁਅਲ ਦੇ ਵਿੱਚ ਪੁੱਛਿਆ ਜਾਂਦਾ ਹੈ ਜਦੋਂ ਕਿ ਇਹ ਜੋ ਅਭਿਨਵ ਭਾਰਤ ਸੀਕ੍ਰੇਟ ਸੁਸਾਇਟੀ ਹੈ, ਐਗਜ਼ਾਮੀਨਰ ਪੁਆਇੰਟ ਆਫ ਵਿਊ ਨਾਲ ਇਹ ਤੋਂ 3 ਤੋਂ 4 ਕੁਐਸਚਨ ਬਣਦੇ ਨੇ। ਫਸਟ ਕਿ ਅਭਿਨਵ ਭਾਰਤ ਸੁਸਾਇਟੀ ਸਟਾਰਟ ਕਿਸਨੇ ਕੀਤੀ ਸੀ? ਆਨਸਰ ਕਰੋਗੇ ਸਰਵਾਰਕਰ ਬ੍ਰਦਰਸ ਨੇ। ਸੈਕੰਡ ਕੁਐਸਚਨ ਰਾਈਜ਼ ਹੁੰਦਾ ਹੈ ਕਿ ਜੋ ਅਭਿਨਵ ਭਾਰਤ ਸੁਸਾਇਟੀ ਕਦੋਂ ਸਟਾਰਟ ਕੀਤੀ ਗਈ ਸੀ? 1904 ਦੇ ਵਿੱਚ ਸਟਾਰਟ ਕੀਤੀ ਗਈ ਸੀ। ਥਰਡ ਕੁਐਸਚਨ ਇਸ ਦਾ ਪਹਿਲਾ ਨਾਮ ਕੀ ਸੀ? ਇਸ ਨੂੰ ਪਹਿਲਾਂ ਕਿਸੇ ਹੋਰ ਨਾਮ ਨਾਲ ਜਾਣਿਆ ਜਾਂਦਾ ਸੀ। ਐਕਚੁਅਲ ਦੇ ਵਿੱਚ ਇਸ ਨੂੰ ਕੀ ਕਿਹਾ ਜਾਂਦਾ ਸੀ? ਮਿੱਤਰ ਮੇਲਾ, ਠੀਕ ਹੈ। ਮਿੱਤਰ ਮੇਲਾ ਦੇ ਨਾਮ ਨਾਲ ਇਹ ਜੋ ਇੱਕ ਸੁਸਾਇਟੀ ਸੀ ਮਿੱਤਰ ਮੇਲਾ, ਇਹਦਾ ਪੁਰਾਣਾ ਨਾਮ ਸੀ ਅਭਿਨਵ ਭਾਰਤ ਸੁਸਾਇਟੀ ਦਾ। ਇੱਕ ਸੀਕ੍ਰੇਟ ਸੁਸਾਇਟੀ ਸੀ ਜਿਹਦੇ ਵਿੱਚ ਰੈਵੋਲੂਸ਼ਨਰੀਜ਼ ਹੁੰਦੇ ਸਨ, ਠੀਕ ਹੈ, ਜੋ ਇੰਡੀਆ ਨੂੰ ਆਜ਼ਾਦੀ ਦਿਵਾਉਣ ਦੇ ਲਈ ਗਰਮ ਦਲ ਨੂੰ ਅਪਣਾਉਂਦੇ ਸਨ। ਰੈਵੋਲੂਸ਼ਨਰੀਜ਼ ਹੁੰਦੇ ਸਨ। ਬਹੁਤ ਸਾਰੇ ਰੈਵੋਲੂਸ਼ਨਰੀਜ਼ ਨੇ ਇਸ ਸੁਸਾਇਟੀ ਤੋਂ ਜਨਮ ਲਿਆ ਸੀ। ਸੋ ਇਹ ਸੁਸਾਇਟੀ ਸਟਾਰਟ 1904 ਦੇ ਵਿੱਚ ਸਰਵਾਰਕਰ ਬ੍ਰਦਰਸ ਨੇ ਸਟਾਰਟ ਕੀਤੀ ਸੀ ਤੇ ਇਹਦਾ ਪੁਰਾਣਾ ਨਾਮ ਸੀ ਮਿੱਤਰ ਮੇਲਾ। ਤੇ ਮਿੱਤਰ ਮੇਲਾ ਦਾ ਨਾਮ ਆਫਟਰ 1904 ਚੇਂਜ ਕਰਕੇ ਅਭਿਨਵ ਸੀਕ੍ਰੇਟ ਸੁਸਾਇਟੀ ਰੱਖ ਦਿੱਤਾ ਗਿਆ ਸੀ। ਇਹ ਜੋ ਸੁਸਾਇਟੀ ਸੀ ਅਭਿਨਵ ਭਾਰਤ ਸੁਸਾਇਟੀ, ਇਹ ਇੰਡੀਆ ਤੋਂ ਹੁੰਦੇ ਹੋਏ ਲੰਡਨ ਤੱਕ ਫੈਲ ਚੁੱਕੀ ਸੀ ਕਿਉਂਕਿ ਸਰਵਾਰਕਰ ਵੀਡੀ ਸਰਵਾਰਕਰ ਸਨ ਜੋ ਉਹ ਲੰਡਨ ਜੋ ਆਪਣੀ ਸਟੱਡੀ ਕਰਨ ਗਏ ਸਨ, ਉੱਥੇ ਉਹਨਾਂ ਨੇ ਇਹ ਸੁਸਾਇਟੀ ਨੂੰ ਇੱਕ ਬ੍ਰਾਂਚ ਬਣਾ ਲਈ ਸੀ ਅਭਿਨਵ ਸੁਸਾਇਟੀਜ਼ ਦੀ। ਤੇ ਲੰਡਨ ਦੇ ਵਿੱਚ ਵੀ ਭਾਰਤੀਆਂ ਦੇ ਵਿੱਚੋਂ ਰੈਵੋਲੂਸ਼ਨਰੀਜ਼ ਨੂੰ ਬਣਾਉਣਾ ਕੀ ਕੀਤਾ ਸੀ? ਸਟਾਰਟ ਕੀਤਾ ਸੀ। ਕਹਿੰਦੇ the society grew include several hundred revolutionaries and political activities with branches in various part of India। ਕਹਿੰਦੇ ਏਰੀਆ ਜਿਹੜੀ ਹੈ ਇਸ ਸੁਸਾਇਟੀ ਦੇ ਅੰਦਰ ਰੈਵੋਲੂਸ਼ਨਰੀਜ਼ ਨੇ ਬਹੁਤ ਸਾਰੀਆਂ ਐਕਟੀਵਿਟੀਜ਼ ਕੀਤੀਆਂ ਸੀ ਜੋ ਕਿ ਇੰਡੀਆ ਦੀ ਵੱਖ-ਵੱਖ ਜਗ੍ਹਾ ਤੋਂ ਲੈ ਕੇ ਇੰਡੀਆ ਤੋਂ ਬਾਹਰ, ਫੋਰ ਐਗਜ਼ਾਮਪਲ ਲੰਡਨ ਦੇ ਵਿੱਚ ਵੀ ਐਕਟੀਵਿਟੀਜ਼ ਦੇਖਣ ਨੂੰ ਮਿਲੀਆਂ ਸੀ ਰੈਵੋਲੂਸ਼ਨਰੀਜ਼ ਦੀਆਂ ਇਸ ਸੁਸਾਇਟੀ ਦੇ ਅੰਡਰ। ਇਟ ਕੈਰੀਡ ਆਊਟ ਅ ਫਿਊ ਅਸੈਸੀਨੇਸ਼ਨਸ। ਕਹਿੰਦੇ ਇਸ ਸੁਸਾਇਟੀ ਦੇ ਅੰਦਰ
ਕਾਫੀ ਥੋੜੇ ਜਿਹੇ ਅਸੈਸੀਨੇਸ਼ਨਸ ਵੀ ਹੋਈਆਂ ਸੀ। ਅਸੈਸੀਨੇਸ਼ਨਸ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੇ ਬ੍ਰਿਟਿਸ਼ਰਸ ਇੰਡੀਅਨਸ ਨੂੰ ਸਪਰੈਸ ਕਰਦੇ ਸਨ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਬ੍ਰਿਟਿਸ਼ਰ ਅਫੀਸ਼ੀਅਲਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਸੋਸਾਇਟੀ ਦੇ ਅੰਡਰ ਰੈਵੋਲੂਸ਼ਨਰੀਜ਼ ਦੇ ਦੁਆਰਾ। ਆਫਟਰ ਵਿਚ ਦ ਸਰਵਾਰਕਰ ਬ੍ਰਦਰਸ ਵਰ ਕਨਵਿਕਟਡ ਐਂਡ ਇੰਪ੍ਰਿਜ਼ਨ। ਕਹਿੰਦਾ ਇਸੇ सोसाइटी के अंदर एक ऐसी एक्टिविटी हुई सी, एक ब्रिटिश अफीशियल नूं जदों मार दिता गया सी तो वी.डी. सरवारकर जी नूं अरेस्ट कर लिया गया सी ते उस तो बाद अंडेमान निकोबार जेल दे विच भेज दिता गया सी। आपां फर्दर डिस्कस करते हैं। सो हुण आपां देखदे हां इस दे अंदर होर मतलब इस सोसाइटी दे अंदर किहड़ी एक्टिविटी इंपॉर्टेंट है। ठीक है, इस सोसाइटी अभिनव भारत सोसाइटी के अंडर लंडन दे विच भी कई मैं क्या एक्टिविटीज़ होईयां सी, असैसीनेशनस होईयां सी, ब्रिटिशर अफीशियल्स नूं मारिया गया सी, जो एग्जाम पॉइंट ऑफ व्यू नाल इंपॉर्टेंट है। सब तो पहला आ जाता है जी मदन लाल ढींगरा। ठीक है, मदन लाल ढींगरा 1907 ਦੇ ਵਿੱਚ ਲੰਡਨ ਦੇ ਵਿੱਚ ਸਟੱਡੀ ਕਰਨ ਗਏ ਸੀ। ਉੱਥੇ ਇਹਨਾਂ ਨੇ ਰੈਵੋਲੂਸ਼ਨਰੀ ਅਭਿਨਵ ਸੀਕ੍ਰੇਟ ਸੁਸਾਇਟੀ ਨੂੰ ਜੁਆਇਨ ਕੀਤਾ ਸੀ ਤੇ ਇੱਕ ਰੈਵੋਲੂਸ਼ਨਰੀ ਰੂਪ ਧਾਰਨ ਕੀਤਾ ਸੀ ਇੰਡੀਅਨ ਇਸ ਸੁਸਾਇਟੀ ਦੇ ਅੰਡਰ। ਤੇ ਉਹਨਾਂ ਨੇ 1909 ਦੇ ਵਿੱਚ, ਇਹ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਹੈ ਕਿ ਮਦਨ ਲਾਲ ਢੀਂਗਰਾ ਨੇ 1909 ਦੇ ਵਿੱਚ ਲਾਰਡ ਕਰਜ਼ਨ ਵੈਲੀ ਨੂੰ ਅਸੈਸੀਨੇਟ ਕੀਤਾ ਸੀ, मौत के घाट उतारिया सी। ठीक है जी, बहुत बार एग्जाम दे विच पूछा गया है। जो लॉर्ड अपने मदन लाल ढींगरा जी ने 1907 दे विच लंडन दे विच स्टडी करन गए सी मैकेनिकल इंजीनियरिंग, ते उत्थे जाके इन्हां ने इस सीक्रेट सोसाइटी अभिनव भारत सीक्रेट सोसाइटी नूं ज्वाइन कर लिया सी। ते उस सोसाइटी उस सीक्रेट सोसाइटी के अंडर ही उन्होंने विलियम करजन वैली नूं मौत के घाट उतारिया सी। किन्हां दी रेख दे हेठ, सरवारकर ब्रदर्स की रेख दे हाट कदों 1909 दे विच। इस तो इलावा AMT जैक्सन द डिस्ट्रिक्ट मैजिस्ट्रेट सी। एक AMT जैक्सन सी, ये भी एग्जाम विच पूछा जाता है। जो डिस्ट्रिक्ट मैजिस्ट्रेट सी कित्थों, नासिक तो, उन्हां नूं भी असैसीनेट किया गया सी इसे सोसाइटी के अंदर। किस दे द्वारा किया गया सी? अनंत लक्ष्मण दे द्वारा। ठीक है, कदों किया गया सी? ये भी 1909 दे विच। ठीक है, ਇਹ ਕਦੋਂ ਕੀਤਾ ਗਿਆ ਸੀ? 1909 ਦੇ ਵਿੱਚ ਕੀਤਾ ਗਿਆ ਸੀ। AMT ਜੈਕਸਨ ਨੂੰ, ਜੋ ਨਾਸਿਕ ਦੇ ਕੀ ਸਨ, ਡਿਸਟ੍ਰਿਕਟ ਮੈਜਿਸਟ੍ਰੇਟ ਸਨ। ਸੋ ਇਹ ਜੋ ਕੇਸ ਸੀ, ਦੇਖੋ ਨਾਸਿਕ ਦੇ ਇੱਕ ਡਿਸਟ੍ਰਿਕਟ ਮੈਜਿਸਟ੍ਰੇਟ ਜੋ ਇੱਕ ਕੀ ਸਨ, ਬ੍ਰਿਟਿਸ਼ਰ ਅਫੀਸ਼ੀਅਲ ਸਨ, ਜਿਨ੍ਹਾਂ ਨੂੰ ਮੌਤ ਦੇ ਘਾਟ ਕਿਸ ਨੇ ਉਤਾਰਿਆ ਸੀ? AMT ਜੈਕਸਨ ਨੇ। ਤੇ AMT ਜੋ ਜੈਕਸਨ ਸੀ ਉਸਨੇ ਕਿਸ ਸੁਸਾਇਟੀ ਦੇ ਅੰਡਰ मौत के घाट उतारिया सी? अभिनव भारत सोसाइटी के अंडर। तो ये जो केस सी, ये नासिक कॉन्सपीरेसी केस के नाम नाल बहुत ज़्यादा फेमस होया सी। सो तुहानू पता होना चाहिए कि ये नासिक कॉन्सपीरेसी केस एक्चुअल दे विच है की सी कि AMT जैक्सन नू मारिया गया सी। सो 1909 दे विच कॉन्सपीरेसी हुई सी, नासिक कॉन्सपीरेसी, कि नासिक के डिस्ट्रिक्ट मैजिस्ट्रेट नू मौत के घाट उतारिया गया सी एक रेवोल्यूशनरी दे द्वारा 1909 दे विच। सो इसे नासिक कॉन्सपीरेसी केस दे अंडर वी.डी. सरवारकर नू अरेस्ट कर लिया गया सी, क्योंकि वी.डी. सरवारकर नू दे उत्ते आरोप लगे गए सन कि इसकी ही सोसाइटी इसके द्वारा तैयार किए अनंत लक्ष्मण के द्वारा मैजिस्ट्रेट नू मौत के घाट उतारिया गया, जिस करके वी.डी. सरवारकर जी नू इस केस के अंडर की कर लिया गया सी, अरेस्ट कर लिया गया सी ते उन्हां नू कित्थे भेज दिता गया सी? अंडेमान निकोबार दी जेल दे विच भेज दिता गया सी। ही वाज चार्ज्ड इन द जैक्सन मर्डर एंड sentenced to transportation for the life. Sarwarkar was imprisoned in the jail in the Andaman and Nicobar Island in 1910। एग्जाम दे विच पूछ लिया जाता है। ठीक है, किहड़ी जेल दे विच भेजिया गया सी जां किस केस दे अंडर? मेनली एग्जामिनर पूछता है कि वी.डी. सरवारकर जी नू जो सज़ा हुई सी, जो अंडेमान जेल दे विच भेजिया गया सी, वो किस केस के अंडर हुई सी? तो तुहानू याद होना चाहिए है कि वो नासिक कॉन्सपीरेसी केस सी जो 1909 दे विच होया सी AMT जैक्सन दी डेथ तो बाद। होपफुली तुहानू क्लीयर हो गया होगा। सो नैक्सट रेवोल्यूशनरी आप एक्टिविटीज़ देखांगे साउथ इंडिया दे विच। देखो, अगर साउथ इंडिया की गल करिए तो साउथ इंडिया दे विच जो रेवोल्यूशनरी एक्टिविटीज़ ने उन्हें कुछ खास जड़ा नहीं सी फड़ियां हैगियां,
ਬਸ ਨੋਮੀਨਲ ਜੀਆਂ ਜੋ ਆਪਾਂ ਨੂੰ ਦੇਖਣ ਨੂੰ ਮਿਲੀਆਂ ਸੀ ਰੈਵੋਲੂਸ਼ਨਰੀ ਐਕਟੀਵਿਟੀ ਸਾਊਥ ਇੰਡੀਆ ਦੇ ਵਿੱਚ ਦਾ ਇੱਕ ਹੀ ਉੱਥੇ ਵਾਇਲੈਂਟ ਐਕਟ ਹੋਇਆ ਸੀ। ਉਹ ਕੀ ਸੀ? revolutionary was the assassination of the collector of Tinnevelly on 17 June 1911 the collector of the Robert Ashe। ਦੇਖੋ ਰੋਬਰਟ ਐਸ਼ੇ ਸੀ, ਉਸ ਨੂੰ ਮਾਰ ਦਿੱਤਾ ਗਿਆ ਸੀ। ਕਿਸ ਦੇ ਦੁਆਰਾ ਮਾਰਿਆ ਗਿਆ ਸੀ? ਵੈਨਚੰਥਨ ਦੇ ਦੁਆਰਾ। ਠੀਕ ਹੈ, ਇਹੀ ਇੱਕ ਵਾਇਲੈਂਟ ਐਕਟੀਵਿਟੀ ਦੇਖਣ ਨੂੰ ਮਿਲੀ ਸੀ ਸਾਊਥ ਇੰਡੀਆ ਦੇ ਵਿੱਚ ਰੈਵੋਲੂਸ਼ਨਰੀਜ਼ ਦੇ ਦੁਆਰਾ। ਉਸ ਤੋਂ ਇਲਾਵਾ ਕੁਝ ਨਹੀਂ ਸੀ ਦੇਖਣ ਨੂੰ ਖਾਸ ਇੰਪੋਰਟੈਂਟ ਨਹੀਂ ਦੇਖਣ ਨੂੰ ਮਿਲਿਆ। ਸੋ ਇਹ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਜ਼ਿਆਦਾ ਇੰਪੋਰਟੈਂਟ ਨਹੀਂ ਹੈ। ਨੈਕਸਟ ਦੇਖੋ, ਇੱਕ ਰੈਵੋਲੂਸ਼ਨਰੀ ਐਕਟੀਵਿਟੀਜ਼ ਮਹਾਰਾਸ਼ਟਰ ਦੀਆਂ ਤੇ ਸੈਕਿੰਡ ਵੈਸਟ ਬੰਗਾਲ ਦੀਆਂ। ਬੰਗਾਲ ਤੇ ਮਹਾਰਾਸ਼ਟਰ ਦੇ ਵਿੱਚ ਰੈਵੋਲੂਸ਼ਨਰੀਜ਼ ਨੇ ਸਭ ਤੋਂ ਜ਼ਿਆਦਾ ਵਰਤ ਲਿਆ ਤੇ ਉੱਥੇ ਐਕਟੀਵਿਟੀਜ਼ ਰੈਵੋਲੂਸ਼ਨਰੀਜ਼ ਦੀਆਂ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੀਆਂ। ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਰੈਵੋਲੂਸ਼ਨਰੀ ਐਕਟੀਵਿਟੀਜ਼ ਇਨ ਬੰਗਾਲ। ਦੇਖੋ ਬੰਗਾਲ ਦੇ ਵਿੱਚ ਰੈਵੋਲੂਸ਼ਨਰੀ ਐਕਟੀਵਿਟੀਜ਼ ਦੇ ਅੰਡਰ ਬਹੁਤ ਸਾਰੀਆਂ ਕੀ ਬਣੀਆਂ ਸੀ? ਸੁਸਾਇਟੀਜ਼ ਬਣੀਆਂ ਸੀ। ਸਭ ਦੇ ਨਾਮ ਲਿਖੇ ਹੋਏ ਨੇ ਬਟ ਆਪਾਂ ਡਿਸਕਸ ਕਰਨੀ ਹੈ ਸਿਰਫ ਇੱਕ ਸੁਸਾਇਟੀ। ਠੀਕ ਹੈ, ਅਨੁਸ਼ੀਲਨ ਸਮਿਤੀ। ਸਿਰਫ ਆਪਾਂ ਡਿਸਕਸ ਕਰਾਂਗੇ ਅਨੁਸ਼ੀਲਨ ਸਮਿਤੀ ਬਿਕਾਜ਼ ਅਨੁਸ਼ੀਲਨ ਸਮਿਤੀ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਬਾਕੀਆਂ ਨੇ ਕੁਝ ਜ਼ਿਆਦਾ ਐਕਟੀਵਿਟੀਜ਼ ਵੀ ਨਹੀਂ ਹੋਈਆਂ। ਦੇਖੋ ਕਿ ਬਹੁਤ ਸਾਰੀਆਂ ਸੁਸਾਇਟੀਜ਼ ਬਣੀਆਂ ਜਿਵੇਂ ਮਦੀਨਾਪੁਰ ਸੁਸਾਇਟੀ, ਅਖਾਰਾ ਸੁਸਾਇਟੀ ਬਾਈ ਸਰਲਾ ਦੇਵੀ ਤੇ ਅਟੋਮੋਂਟੀ ਸੁਸਾਇਟੀ, ਬਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀ ਉਹ ਸੀ ਸਾਡੀ ਅਨੁਸ਼ੀਲਨ ਸਮਿਤੀ। ਠੀਕ ਹੈ, ਸੋ ਅਨੁਸ਼ੀਲਨ ਸਮਿਤੀ ਨੂੰ ਆਪਾਂ ਪੂਰੀ ਡਿਟੇਲ ਦੇ ਵਿੱਚ ਪੜਾਂਗੇ। ਅਨੁਸ਼ੀਲਨ ਸਮਿਤੀ ਦੇ ਅੰਡਰ ਬਹੁਤ ਸਾਰੀਆਂ ਐਕਟੀਵਿਟੀਜ਼ ਹੋਈਆਂ ਨੇ ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਨੇ। ਸੋ ਅਨੁਸ਼ੀਲਨ ਸਮਿਤੀ ਦੀ ਗੱਲ ਕੀਤੀ ਜਾਵੇ ਤਾਂ ਅਨੁਸ਼ੀਲਨ ਸਮਿਤੀ ਦੇ ਫਾਊਂਡਰ ਕੌਣ ਸਨ? ਸਭ ਤੋਂ ਪਹਿਲਾਂ ਅਨੁਸ਼ੀਲਨ ਸਮਿਤੀ ਦੀਆਂ ਦੋ ਤਾਂ ਬ੍ਰਾਂਚਿਸ ਸੀ। ਠੀਕ ਹੈ, ਦੋ ਬ੍ਰਾਂਚਿਸ ਸੀ ਅਨੁਸ਼ੀਲਨ ਸਮਿਤੀ ਦੀਆਂ ਤੇ ਇਸ ਤੋਂ ਇਲਾਵਾ ਉਹਦੇ ਫਾਊਂਡਰ ਕੌਣ ਸਨ? ਉਸਦੇ ਫਾਊਂਡਰ ਸਨ ਪਰਮਥਾ ਮਿੱਤਰਾ। ਠੀਕ ਹੈ, ਪਰਮਥਾ ਮਿੱਤਰਾ ਸਨ ਫਾਊਂਡਰ ਆਫ ਅਨੁਸ਼ੀਲਨ ਸਮਿਤੀ। ਇਹਦੇ ਦੋ ਬ੍ਰਾਂਚਿਸ ਸੀ, ਇੱਕ ਸੀ ਢਾਕਾ ਬ੍ਰਾਂਚ ਤੇ ਸੈਕੰਡ ਸੀ ਇਹਦੀ ਯੁਗਾਂਤਰਾ ਬ੍ਰਾਂਚ। ਇੱਕ ਢਾਕਾ ਬ੍ਰਾਂਚ ਤੇ ਦੂਸਰੀ ਸੀ ਯੁਗਾਂਤਰਾ ਬ੍ਰਾਂਚ। ਜੋ ਢਾਕਾ ਬ੍ਰਾਂਚ ਸੀ ਉਸ ਨੂੰ ਲੀਡ ਕਰਦੇ ਸਨ ਪੁਲਿਨ ਦਾਸ ਤੇ ਜੋ ਯੁਗਾਂਤਰਾ ਬ੍ਰਾਂਚ ਸੀ ਇਸ ਨੂੰ ਅਰਬਿੰਦੋ ਘੋਸ਼ ਵਰਗੇ ਹੇਮਚੰਦਰਾ ਤੇ ਪ੍ਰਫੁੱਲੋ ਚੱਕੀ ਵਰਗੇ ਜੋ ਲੀਡਰ ਸਨ ਉਹ ਲੀਡ ਕਰਦੇ ਸਨ। ਫਸਟਲੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਨੁਸ਼ੀਲਨ ਸਮਿਤੀ ਇੱਕ ਰੈਵੋਲੂਸ਼ਨਰੀ ਸੁਸਾਇਟੀ ਸੀ ਜੋ ਬੰਗਾਲ ਦੇ ਵਿੱਚ ਬਣੀ ਸੀ। ਇਸ ਨੂੰ ਸਟਾਰਟ ਕਿਸਨੇ ਕੀਤਾ ਸੀ ਜਾਂ ਇਹਦੇ ਫਾਊਂਡਰ ਕੌਣ ਸਨ? ਤਾਂ ਪਰਮਥਾ ਮਿੱਤਰਾ ਇਸ ਦੇ ਫਾਊਂਡਰ ਸਨ। ਇਸ ਦੀਆਂ ਦੋ ਬ੍ਰਾਂਚੇ ਸਨ, ਇੱਕ ਯੁਗਾਂਤਰਾ ਸੀ ਤੇ ਦੂਸਰੀ ਢਾਕਾ ਸੀ। ਢਾਕਾ ਨੂੰ ਲੀਡ ਕਰਦੇ ਸੀ ਪੁਲਿਨ ਦਾਸ ਤੇ ਯੁਗਾਂਤਰਾ ਨੂੰ ਲੀਡ ਕੀਤਾ ਜਾਂਦਾ ਸੀ ਅਰਬਿੰਦੋ ਘੋਸ਼, ਬੈਰਨ ਘੋਸ਼, ਹੇਮਚੰਦਰਾ ਕਾਨੂੰਗੀ ਤੇ ਪ੍ਰਫੁੱਲੋ ਚੱਕੀ ਵਰਗੇ ਲੀਡਰਸ ਇਸ ਨੂੰ ਚਲਾਉਂਦੇ ਸਨ ਯੁਗਾਂਤਰਾ ਬ੍ਰਾਂਚ ਨੂੰ। ਕਹਿੰਦੇ ਤਾਂ ਅਨੁਸ਼ੀਲਨ ਸਮਿਤੀ ਹੈਡ ਓਵਰ 500 ਬ੍ਰਾਂਚਿਸ ਤੇ ਇਸ ਤੋਂ ਇਲਾਵਾ ਇਹਦੇ ਅੰਡਰ ਇਹਨਾਂ ਅਨੁਸ਼ੀਲਨ ਸਮਿਤੀ ਦੇ ਅੰਡਰ ਇਸ ਦੀਆਂ ਕਿੰਨੀਆਂ ਬ੍ਰਾਂਚਿਸ ਸਨ? ਮੇਨ ਇਹਦੀਆਂ ਦੋ ਤੇ ਇਹਦੇ ਅੰਡਰ 500 ਬ੍ਰਾਂਚਿਸ ਸਨ ਅਨੁਸ਼ੀਲਨ ਸਮਿਤੀ ਦੀਆਂ। ਸੋ ਦੈਟਸ ਵਾਈ ਇਹ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਜ਼ਿਆਦਾ ਇੰਪੋਰਟੈਂਟ ਹੈ। ਹੁਣ ਦੇਖਾਂਗੇ ਕਿ ਅਨੁਸ਼ੀਲਨ ਸਮਿਤੀ ਦੇ ਅੰਡਰ ਕੀ ਐਕਟੀਵਿਟੀਜ਼ ਹੁੰਦੀਆਂ ਸੀ, ਕੀ ਕਾਰਨਾਮੇ ਹੁੰਦੇ ਸੀ ਅਨੁਸ਼ੀਲਨ ਸਮਿਤੀ ਦੇ ਅੰਡਰ ਰੈਵੋਲੂਸ਼ਨਰੀਜ਼ ਦੇ ਦੁਆਰਾ। ਸਭ ਤੋਂ ਪਹਿਲਾਂ ਸਵਦੇਸ਼ੀ ਡਕੈਤੀਜ਼। ਠੀਕ ਹੈ, ਲੁੱਟਾਂ ਖੋਹਾਂ ਕੀਤੀਆਂ ਜਾਂਦੀਆਂ ਸਨ ਬਟ ਇਹ ਲੁੱਟਾਂ ਖੋਹਾਂ ਇਨਾਂ ਰਾਈਟ ਮੈਨਰ ਕੀਤੀਆਂ ਜਾਂਦੀਆਂ ਸਨ। ਕਿਵੇਂ? ਇਹ ਡਕੈਤੀਜ਼ ਹੁੰਦੀਆਂ ਸਨ ਜੋ ਬ੍ਰਿਟਿਸ਼ ਸਰਕਾਰ ਸਾਡੀ ਇੰਡੀਆ ਦਾ ਪੈਸਾ ਲੁੱਟ ਕੇ ਬਾਹਰ ਲੈ ਕੇ ਜਾਂਦੀ ਸੀ ਟ੍ਰੇਨਾਂ ਦੇ ਥਰੂ। ਉਹ ਜੋ ਪੈਸਾ ਸੀ ਉਹ ਵਾਪਿਸ ਲੈਣ ਦੇ ਲਈ, ਇੰਡੀਅਨਸ ਦਾ ਹੀ ਪੈਸਾ ਵਾਪਿਸ ਲੈਣ ਦੇ ਲਈ ਡਕੈਤੀਜ਼ ਕੀਤੀਆਂ ਜਾਂਦੀਆਂ ਸਨ। ਸਭ ਤੋਂ ਇੰਪੋਰਟੈਂਟ ਡਕੈਤੀ ਸੀ ਇਹਦੇ 'ਚ ਕਕੋਰੀ। ਠੀਕ ਹੈ, ਕਕੋਰੀ ਦੀ ਇੱਕ ਟ੍ਰੇਨ ਲੁੱਟੀ ਸੀ। ਕਕੋਰੀ ਕਨਸਪੀਰੇਸੀ ਕੇਸ ਹੋਇਆ ਸੀ 1925 ਦੇ ਵਿੱਚ। ਠੀਕ ਹੈ, ਇਹਨੂੰ ਆਪਾਂ ਫਰਦਰ ਡਿਸਕਸ ਕਰਾਂਗੇ। ਕਕੋਰੀ ਕਨਸਪੀਰੇਸੀ ਕੇਸ ਹੋਇਆ ਸੀ 1925 ਦੇ ਵਿੱਚ। ਇਹ ਉਹ ਕਕੋਰੀ ਜਿਹੜੀ ਕਕੋਰੀ ਦੀ ਟ੍ਰੇਨ ਲੁੱਟੀ ਸੀ 1925 ਦੇ ਵਿੱਚ, ਜਿਹਦੇ ਵਿੱਚ ਰਸ਼ ਆਪਣੇ ਕਈ ਇੰਪੋਰਟੈਂਟ ਲੀਡਰ ਸਨ। ਠੀਕ ਹੈ, ਰੋਸ਼ਨ ਸਿੰਘ ਸੀ, ਰਜਿੰਦਰ ਲਾਹੌਰੀ ਸੀ ਤੇ ਇੱਕ ਅਸਫਕੁੱਲਾ ਖਾਨ ਸਨ। ਠੀਕ ਹੈ, ਇਹ ਜੋ ਇੰਪੋਰਟੈਂਟ ਲੀਡਰ ਸਨ, ਇੱਕ ਹੋਰ ਨਾਮ ਹੈ ਐਕਚੁਅਲੀ ਮੇਰੇ ਦਿਮਾਗ ਦੇ ਵਿੱਚ ਸਟਕ ਨਹੀਂ ਹੋ ਰਿਹਾ, ਰਾਮ ਪ੍ਰਸਾਦ ਬਿਸਮਿਲ। ਠੀਕ ਹੈ ਜੀ, ਰਾਮ ਪ੍ਰਸਾਦ ਬਿਸਮਿਲ ਸਨ। ਰਾਮ ਪ੍ਰਸਾਦ ਬਿਸਮਿਲ, ਰੋਸ਼ਨ ਸਿੰਘ, ਰਜਿੰਦਰ ਲਾਹੌਰੀ, ਅਸਫਕੁੱਲਾ ਖਾਨ।
ਅਸਫਕੁੱਲਾ ਖਾਨ, ਇਹ ਸਾਰੇ ਦੇ ਸਾਰੇ ਕਕੋਰੀ ਕਨਸਪੀਰੇਸੀ ਨਾਲ ਰਿਲੇਟ ਕਰਦੇ ਨੇ। ਐਕਚੁਅਲ ਦੇ ਵਿੱਚ ਕਕੋਰੀ ਕਨਸਪੀਰੇਸੀ ਨੂੰ ਆਪਾਂ ਅੱਗੇ ਵੀ ਪੜਾਂਗੇ, 1925 ਦੇ ਵਿੱਚ ਹੋਏ ਸੀ। ਇਹ ਇੱਕ ਸਵਦੇਸ਼ੀ ਡਕੈਤੀ ਹੀ ਸੀ। ਇੱਕ ਟ੍ਰੇਨ ਨੂੰ ਲੁੱਟਿਆ ਗਿਆ ਸੀ, ਅੰਗਰੇਜ਼ਾਂ ਦੀ ਟ੍ਰੇਨ ਨੂੰ ਲੁੱਟਿਆ ਗਿਆ ਸੀ, ਜਿਹਦੇ ਵਿੱਚ ਭਾਰਤੀਆਂ ਦਾ ਖਜ਼ਾਨਾ ਸੀ। ਤੇ ਇਸ ਕੇਸ ਦੇ ਵਿੱਚ ਇਹਨਾਂ ਚਾਰਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ, ਜੋ ਚੰਦਰ ਸ਼ੇਖਰ ਆਜ਼ਾਦ ਸਨ। ਚੰਦਰ ਸ਼ੇਖਰ ਆਜ਼ਾਦ ਵੀ ਇਸ ਕਨਸਪੀਰੇਸੀ ਦੇ ਨਾਲ ਹੀ ਰਿਲੇਟ ਕਰਦੇ ਸਨ, ਪਰ ਉਹ ਭੱਜਣ ਦੇ ਵਿੱਚ, escape ਹੋਣ ਦੇ ਵਿੱਚ ਕਾਮਯਾਬ ਹੋ ਗਏ ਸਨ। ਇਹਨਾਂ ਨੂੰ ਫਰਦਰ ਡਿਸਕਸ ਕਰਾਂਗੇ, ਬਟ ਹਾਂ ਇਹ ਡਕੈਤੀ ਇਸ ਨਾਲ ਰਿਲੇਟ ਕਰਦੀ ਹੈ, ਸੋ ਤੁਹਾਨੂੰ ਮੈਂ ਦੱਸਦਾ। ਇਸ ਤੋਂ ਇਲਾਵਾ ਇਸ ਅਨੁਸ਼ੀਲਨ ਸਮਿਤੀ ਦੇ ਅੰਡਰ ਹੋਰ ਕੀ ਹੁੰਦਾ ਸੀ? ਅਸੈਸੀਨੇਸ਼ਨ ਆਫ ਅਪਰੈਸਿਵ ਅਫੀਸ਼ੀਅਲਸ। ਕਹਿੰਦੇ ਜਿਹੜੇ ਬ੍ਰਿਟਿਸ਼ਰ ਅਫੀਸ਼ੀਅਲਸ ਜਿਹੜੇ ਇੰਡੀਅਨਸ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਸਨ ਜਾਂ ਉਹਨਾਂ ਦੇ ਉੱਤੇ ਜ਼ੁਲਮ ਕਰਦੇ ਸਨ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ। ਇਸ ਤੋਂ ਇਲਾਵਾ ਇਸ ਦੇ ਵਿੱਚ ਬੌਮ ਮੇਕਿੰਗ ਐਂਡ ਆਰਮ ਸਮਗਲਿੰਗ, ਠੀਕ ਹੈ, ਅਨੁਸ਼ੀਲਨ ਸਮਿਤੀ ਦੇ ਅੰਡਰ ਹੀ ਇੰਡੀਅਨਸ ਨੇ ਬੰਬ ਬਣਾਉਣਾ ਸਿੱਖਿਆ ਸੀ ਤੇ ਆਰਮਸ ਦੀ, ਵੈਪਨਸ ਦੀ, ਹਥਿਆਰਾਂ ਦੀ ਸਮਗਲਿੰਗ ਕਰਨੀ ਸ਼ੁਰੂ ਕੀਤੀ ਸੀ, ਤਾਂ ਜੋ ਉਹ ਬ੍ਰਿਟਿਸ਼ਰਸ ਦੇ ਅਗੇਂਸਟ ਖੜੇ ਹੋ ਸਕਣ। ਪ੍ਰੋਪਾਗੈਂਡਾ ਬਾਈ ਟ੍ਰਾਇਲ। ਸੋ ਆਪਾਂ ਅੱਗੇ ਫਰਦਰ ਦੇਖਦੇ ਆ ਕਿ ਇੱਥੇ ਮੈਂ ਤੁਹਾਨੂੰ ਦੱਸਿਆ ਕਿ ਇਸ ਜਿਵੇਂ ਡਕੈਤੀ ਦੀ ਮੈਂ ਐਗਜ਼ਾਮਪਲ ਦੇਤੀ ਤੁਹਾਨੂੰ, ਕਕੋਰੀ ਕਨਸਪੀਰੇਸੀ ਕੇਸ ਹੈ, ਠੀਕ ਹੈ, ਜਿਹਦੇ ਵਿੱਚ ਰਾਮ ਪ੍ਰਸਾਦ ਬਿਸਮਿਲ ਵਰਗਿਆਂ ਨੂੰ ਕੀ ਹੋਇਆ ਸੀ? ਫਾਂਸੀ ਦੀ ਸਜ਼ਾ ਹੋਈ ਸੀ। ਕੇਸ ਹੋਇਆ ਕਦੋਂ ਸੀ? 1925 ਦੇ ਵਿੱਚ ਹੋਇਆ ਸੀ। ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਸ ਤੋਂ ਇਲਾਵਾ ਆਪਾਂ ਦੇਖਿਆ ਕਿ ਉਹਦੇ ਵਿੱਚ ਬੰਬ ਬਣਾਉਣਾ ਸਿੱਖਿਆ ਸੀ। ਸੋ ਆਪਾਂ ਦੇਖਿਆ ਕਿ ਅਨੁਸ਼ੀਲਨ ਸਮਿਤੀ ਦੀ ਜਿਹੜੀ ਬ੍ਰਾਂਚ ਸੀ ਜੁਗਾਂਤਰਾ, ਉਸਨੂੰ ਲੀਡ ਕੀਤਾ ਜਾਂਦਾ ਸੀ ਅਰਬਿੰਦਰਾ ਘੋਸ਼, BC ਘੋਸ਼, ਤੇ ਇਸ ਤੋਂ ਇਲਾਵਾ ਹੇਮਚੰਦਰ ਕਾਨੂੰਗੋ। ਇੱਕ ਨਾਮ ਪੜਿਆ ਆਪਾਂ, ਹੇਮਚੰਦਰਾ ਕਾਨੂੰਗੋ। ਸੋ ਇਸ ਹੇਮਚੰਦਰਾ ਕਾਨੂੰਗੋ ਨੂੰ ਲੰਡਨ ਦੇ ਵਿੱਚ ਭੇਜਿਆ ਗਿਆ ਸੀ ਤਾਂ ਜੋ ਉਹ ਪ੍ਰੋਸੀਜਰ ਜਾਂ ਫਿਰ ਕੀ ਪ੍ਰੋਸੀਜਰ ਹੁੰਦਾ ਹੈ, ਕਿਸ ਤਰੀਕੇ ਦੇ ਨਾਲ ਅਸੀਂ ਬੰਬ ਨੂੰ ਬਣਾ ਸਕਦੇ ਹਾਂ, ਉਹ ਪ੍ਰੋਸੀਜਰ ਨੂੰ ਸਿੱਖਣ ਦੇ ਲਈ, ਠੀਕ ਹੈ। ਕਹਿੰਦੇ some senior members of the group were sent abroad for political and military training। ਕਹਿੰਦੇ ਕੁਝ ਕੁ ਸੀਨੀਅਰ ਲੀਡਰਸ ਨੂੰ ਲੰਡਨ ਦੇ ਵਿੱਚ, ਅਬਰੋਡ ਦੇ ਵਿੱਚ, ਲੰਡਨ ਦੇ ਵਿੱਚ ਭੇਜਿਆ ਗਿਆ ਤਾਂ ਜੋ ਉਹ ਕੀ ਸਿੱਖ ਕੇ ਆਉਣ? ਮਿਲਟਰੀ ਟ੍ਰੇਨਿੰਗ ਸਿੱਖ ਕੇ ਆਉਣ। ਪੋਲੀਟੀਕਲ ਤੇ ਮਿਲਟਰੀ ਟ੍ਰੇਨਿੰਗ ਲੈਣ ਦੇ ਲਈ ਉਹਨਾਂ ਨੂੰ ਅਬਰੋਡ ਭੇਜਿਆ ਗਿਆ। ਉਹਨਾਂ ਦੇ ਵਿੱਚੋਂ ਇੱਕ ਨਾਮ ਆਉਂਦਾ ਹੈ ਹੇਮਚੰਦਰਾ ਕਾਨੂੰਗੋ। obtained his training in Paris, ਜਿਸਨੇ ਪੈਰਿਸ ਤੋਂ ਟ੍ਰੇਨਿੰਗ ਲਈ। After returning to Kolkata, he set up combined religious school and bomb making factory, Garden House in Manikantala। ਸੋ ਕਹਿੰਦੇ ਇਹਦੇ ਵਿੱਚ ਕਈ, ਇਸੇ ਅਨੁਸ਼ੀਲਨ ਸਮਿਤੀ ਦੇ ਵਿੱਚ ਕਈ ਇੰਪੋਰਟੈਂਟ ਤੇ ਮੇਨ ਲੀਡਰਸ ਨੂੰ ਕਿੱਥੇ ਭੇਜਿਆ ਗਿਆ? ਅਬਰੋਡ ਭੇਜਿਆ ਗਿਆ ਪੋਲੀਟੀਕਲ ਤੇ ਮਿਲਟਰੀ ਟ੍ਰੇਨਿੰਗ ਲੈਣ ਦੇ ਲਈ। ਉਹਦੇ ਵਿੱਚ ਹੇਮਚੰਦਰਾ ਕਾਨੂੰਗੋ ਵੀ ਸੀ। ਹੇਮਚੰਦਰਾ ਕਾਨੂੰਗੋ ਨੂੰ ਭੇਜਿਆ ਗਿਆ ਪੈਰਿਸ ਟ੍ਰੇਨਿੰਗ ਲੈਣ ਦੇ ਲਈ ਕਿ ਬੰਬ ਨੂੰ ਕਿਵੇਂ ਬਣਾਇਆ ਜਾਂਦਾ ਹੈ। ਸੋ ਉਹਨਾਂ ਨੇ ਬੰਬ ਬਣਾਉਣ ਦੀ ਰੈਸਿਪੀ ਸਿੱਖ ਕੇ ਵਾਪਿਸ ਆਏ ਤੇ ਇੱਥੇ ਆ ਕੇ ਉਹਨਾਂ ਨੇ ਮਨੀਕੰਟਾਲਾ ਦੇ ਵਿੱਚ ਕੀ ਕੀਤਾ? ਬੰਬ ਬਣਾਉਣ ਦੀ ਫੈਕਟਰੀ ਬਣਾ ਲਈ, ਇੱਕ ਛੋਟੀ ਜਿਹੀ। ਬ੍ਰਿੰਦਰਾ ਘੋਸ਼ ਦੇ ਘਰ ਦੇ ਵਿੱਚ ਹੀ ਮਨੀਕੰਟਾਲਾ ਦੇ ਵਿੱਚ ਉਹਨਾਂ ਨੇ ਬੰਬ ਬਣਾਉਣੇ ਸਟਾਰਟ ਕਰ ਦਿੱਤੇ। ਬਟ ਉਹਦੇ ਵਿਚਕਾਰ ਇੱਕ ਐਸਾ ਇਨਸੀਡੈਂਟ ਹੁੰਦਾ ਹੈ ਜਿਸ ਕਰਕੇ ਇਹ ਪੂਰੀ ਦੀ ਪੂਰੀ ਟੀਮ ਜੋ ਮਨੀਕੰਟਾਲਾ ਦੇ ਵਿੱਚ ਬੰਬ ਬਣਾ ਰਹੀ ਸੀ, ਉਹ ਸਭ ਨੂੰ ਅਰੈਸਟ ਕਰ ਲਿਆ ਗਿਆ ਸੀ। ਉਹ ਕੇਸ ਕੀ ਸੀ? ਉਹ ਕੇਸ ਸੀ ਕਿ ਕਿੰਗਸਫੋਰਟ ਮੁਜ਼ੱਫਰ ਸੀ, ਠੀਕ ਹੈ, ਕਿੰਗਸਫੋਰਟ ਆਫ ਮੁਜ਼ੱਫਰਪੁਰ ਬਾਏ, ਉਸਨੂੰ ਮਾਰ ਦਿੱਤਾ ਗਿਆ ਸੀ, ਕਿੰਗਸਫੋਰਟ ਆਫ ਮੁਜ਼ੱਫਰਪੁਰ। ਕਹਿੰਦੇ the attempt of murder of district judge, ਇਹ ਡਿਸਟ੍ਰਿਕਟ ਜੱਜ ਸੀ ਕਿੱਥੋਂ ਦਾ? ਮੁਜ਼ੱਫਰਪੁਰ ਦਾ। ਕੌਣ ਸੀ? ਕਿੰਗਸਫੋਰਡ। ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਡਿਸਟ੍ਰਿਕਟ ਜੱਜ ਆਫ ਮੁਜ਼ੱਫਰਪੁਰ ਕੌਣ ਸੀ? ਉਹ ਕਿੰਗਸਫੋਰਡ, ਜਿਸ ਨੂੰ ਮਾਰ ਦਿੱਤਾ ਗਿਆ ਸੀ, ਮੌਤ ਦੇ ਘਾਟ ਉਤਾਰਿਆ ਗਿਆ ਸੀ। ਕਿਸ ਦੇ ਦੁਆਰਾ? ਖੁਡੀਰਾਮ ਬੋਸ ਤੇ ਪ੍ਰਫੁੱਲੋ ਚੱਕੀ ਦੇ ਦੁਆਰਾ, ਠੀਕ ਹੈ। ਕਦੋਂ? 1908 ਦੇ ਵਿੱਚ। ਸੋ ਪ੍ਰਫੁੱਲੋ ਚੱਕੀ ਐਂਡ ਖੁਦੀਰਾਮ ਬੋਸ, ਇਹਨਾਂ ਦੋਨੋਂ ਨੇ ਕੀ ਕੀਤਾ ਸੀ? ਜੋ ਮੁਜ਼ੱਫਰਪੁਰ ਦਾ ਜੋ ਡਿਸਟ੍ਰਿਕਟ ਜੱਜ ਸੀ ਕਿੰਗਸਫੋਰਡ, ਉਸਨੂੰ ਮੌਤ ਦੇ ਘਾਟ ਉਤਾਰਤਾ ਸੀ, ਜਿਸ ਕਰਕੇ ਇਹਨਾਂ ਦੋਨਾਂ ਨੂੰ ਜਦੋਂ ਅਰੈਸਟ ਕਰ ਲਿਆ ਗਿਆ, ਖੁਦੀਰਾਮ ਬੋਸ ਤੇ ਪ੍ਰਫੁੱਲੋ ਚੱਕੀ ਨੂੰ, ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਗਈ, ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਇਹਨਾਂ ਨੇ ਨਾਮ ਸਾਰਾ ਕੁਝ ਰਾਜ ਦੱਸਤਾ ਸੀ ਕਿ ਮਨੀਕੰਟਾਲਾ ਦੇ ਵਿੱਚ ਬੰਬ ਬਣਾਇਆ ਜਾ ਰਿਹਾ ਜਾਂ ਜੋ ਵੀ ਕੀਤਾ ਜਾ ਰਿਹਾ, ਜਿਸ ਵਜ੍ਹਾ ਕਰਕੇ ਇਹਨਾਂ ਸਾਰੀ ਮਨੀਕੰਟਾਲਾ ਵਾਲੀ ਟੀਮ ਨੂੰ ਕੀ ਕਰ ਲਿਆ ਗਿਆ ਸੀ? ਅਰੈਸਟ ਕਰ ਲਿਆ ਗਿਆ ਸੀ, ਜਿਸ ਕਰਕੇ ਜੋ ਮੇਨ ਲੀਡਰ ਸਨ ਉਹਨਾਂ ਨੂੰ ਸਭ ਨੂੰ ਅਰੈਸਟ ਕਰ ਲਿਆ ਗਿਆ। ਤਾਂ ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਸੰਭਾਲੀ ਸੀ ਅਨੁਸ਼ੀਲਨ ਸਮਿਤੀ ਦੀ, ਉਹ ਸੰਭਾਲੀ ਸੀ ਜਤਿੰਦਰ ਮੁਖਰਜੀ ਨੇ, ਠੀਕ ਹੈ, ਜਿਸ ਨੂੰ ਕੀ ਕਿਹਾ ਜਾਂਦਾ ਹੈ?
ਬਾਗਾ ਜਤਿਨ ਕਿਹਾ ਜਾਂਦਾ ਹੈ, ਠੀਕ ਹੈ, ਜਿਹਦਾ ਨਿਕਨੇਮ ਸੀ ਬਾਗਾ ਜਤਿਨ। ਜਤਿੰਦਰ ਮੁਖਰਜੀ ਨੇ ਅਨੁਸ਼ੀਲਨ ਸਮਿਤੀ ਜਦੋਂ ਅਰਬਿੰਦੋ ਘੋਸ਼, ਠੀਕ ਹੈ, ਹੇਮਚੰਦਰਾ ਕਾਨੂੰਗੋ, ਪ੍ਰਫੁੱਲੋ ਚੱਕੀ, ਰਾਮ ਪ੍ਰਸਾਦ ਬਿਸਮਿਲ ਵਰਗੇ ਸਾਰੇ ਜਿਹੜੇ ਪ੍ਰੋਮੀਨੈਂਟ ਲੀਡਰ ਸਨ ਅਨੁਸ਼ੀਲਨ ਸਮਿਤੀ ਦੇ, ਸਭ ਨੂੰ ਅਰੈਸਟ ਕਰ ਲਿਆ ਗਿਆ ਸੀ। ਆਫਟਰ ਦੈਟ ਜਤਿੰਦਰ ਮੁਖਰਜੀ ਨੇ ਜੋ ਅਨੁਸ਼ੀਲਨ ਸਮਿਤੀ ਦੀ ਜੋ ਜ਼ਿੰਮੇਵਾਰੀ ਸੀ ਉਹ ਲਈ ਸੀ। ਤੇ ਜੋ ਜਤਿੰਦਰ ਮੁਖੀ ਦੀ ਜਾਂ ਬਾਗਾ ਜਤਿਨ ਦਾ ਕਹਿ ਲਓ, ਠੀਕ ਹੈ, ਜਾਂ ਜਤਿੰਦਰ ਮੁਖੀ, ਦੋਨੋਂ ਸੇਮ ਹੀ ਇੱਕ ਹੀ ਬੰਦਾ ਸੀ। ਇਸ ਦਾ ਨੇਮ ਹੈ ਜੋ ਬਹੁਤ ਸਾਰੀ ਅਸੈਸੀਨੇਸ਼ਨਸ ਦੇ ਨਾਲ ਜੋੜਿਆ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਵਰਲਡ ਵਾਰ 1 ਚੱਲ ਰਹੀ ਸੀ, ਉਸ ਸਮੇਂ ਇਸਨੇ ਜਰਮਨੀ ਤੋਂ ਹਥਿਆਰ ਵੀ ਕੀ ਕਰਵਾਏ ਸੀ, ਸਮਗਲ ਕਰਵਾਏ ਸੀ ਇੰਡੀਆ ਦੇ ਵਿੱਚ, ਠੀਕ ਹੈ। ਸੋ ਬਾਗਾ ਜਤਿਨ ਦਾ ਨੇਮ ਹੈ ਜੋ ਬਹੁਤ ਸਾਰੇ ਅਫੀਸ਼ੀਅਲ ਅਸੈਸੀਨੇਸ਼ਨਸ ਦੇ ਨਾਲ ਵੀ ਜੋੜਿਆ ਜਾਂਦਾ ਹੈ, ਤੇ ਇਹਨਾਂ ਨੇ ਹੀ ਅੱਗੇ ਜਾ ਕੇ ਅਨੁਸ਼ੀਲਨ ਸਮਿਤੀ ਦੀ ਕੀ ਹੈ ਵਾਗਡੋਰ ਸੰਭਾਲੀ ਸੀ। ਇਹ ਸੀ ਸਾਡੀਆਂ ਰੈਵੋਲੂਸ਼ਨਰੀਜ਼ ਐਕਟੀਵਿਟੀਜ਼। ਸੋ ਹੋਪਫੁਲੀ ਤੁਹਾਨੂੰ ਇਹ ਚੀਜ਼ਾਂ ਸਮਝ ਆਈਆਂ ਹੋਣਗੀਆਂ ਤੇ ਲੈਕਚਰ ਥੋੜਾ ਇੰਟਰਸਟਿੰਗ ਲੱਗਿਆ ਹੋਏਗਾ। ਅਗਰ ਲੈਕਚਰ ਪਸੰਦ ਆਉਂਦਾ ਹੈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਹੈ। ਸੋ ਥੈਂਕ ਯੂ ਸੋ ਮਚ।